ਓਮ ਸ਼ਾਂਤੀ, ਸਤਿ ਸ੍ਰੀ ਅਕਾਲ ਜੀ। ਮੈਂ ਅਮਰਜੀਤ ਕੌਰ ਦੁਆ ਇਸ ਏਕ ਓਂਕਾਰ ਇੱਕ ਪਰਮਾਤਮਾ ਦੇ ਕਾਰਜ ਵਿੱਚ ਅਸੀਂ ਸਾਂਝੀ ਕਰ ਰਹੇ ਹਾਂ। ਜਪਜੀ ਸਾਹਿਬ ਨੂੰ ਖੋਜ ਕਰ ਰਹੇ, ਵਿਚਾਰ ਕਰ ਰਹੇ, ਸਿਮਰਨ ਕਰ ਰਹੇ। ਅਤੇ ਇਹ ਪਿਛਲੇ ਕਈ ਸੈਸ਼ਨਸ ਵਿੱਚ ਅਸੀਂ ਕਾਫੀ ਕੁਝ ਸਿੱਖੇ, ਕਾਫੀ ਕੁਝ ਨਿਕਲਿਆ। ਉਸ ਦੀ ਕਿਰਪਾ ਦੇ ਨਾਲ ਕਾਫੀ ਕੁਝ ਆਪਾਂ ਸਾਂਝ ਕੀਤਾ ਅਤੇ ਮੂਲ ਮੰਤਰ ਤੋਂ ਸ਼ੁਰੂ ਕੀਤਾ ਅਤੇ ਪਹਿਲੀ ਪੌੜੀ ਵੀ ਕੀਤਾ। ਗੁਰੂ ਨਾਨਕ ਦੇਵ ਜੀ ਨੇ ਅਲੱਗ ਅਲੱਗ ਜੋ ਹਰ ਇੱਕ ਧਰਮ ਵਿੱਚ ਅਲੱਗ ਅਲੱਗ ਦੁਨੀਆ ਦੇ ਤੌਰ ਤਰੀਕੇ ਕਿਵੇਂ ਅਸੀਂ ਰੱਬ ਨੂੰ ਸਮਝਦੇ ਹਾਂ ਕਿ ਅਸੀਂ ਪਾ ਸਕਦੇ ਹਾਂ, ਉਹਨਾਂ ਨੇ ਉਨ ਤਰੀਕੇ ਨੂੰ ਕਿਸ ਤਰ੍ਹਾਂ ਸਾਨੂੰ ਸਾਡੀਆਂ ਅੱਖਾਂ ਖੋਲ੍ਹੀਆਂ ਕਿ ਇਹ ਤਰੀਕੇ ਦੇ ਨਾਲ ਰੱਬ ਨੂੰ ਨਹੀਂ ਪਾ ਸਕੀਦਾ। ਅਤੇ ਫਿਰ ਉਹਨਾਂ ਨੇ 2 ਸਵਾਲ ਕੀਤੇ ਨੇ ਕਿ ਅਸੀਂ ਕਿਵੇਂ ਸੱਚਿਆਰਾ ਹੋਈਏ ਅਤੇ ਕੂੜ ਨੂੰ ਕਿਵੇਂ ਮਿਟਾਈਏ। ਅਤੇ ਦੂਜੀ ਪੌੜੀ ਵਿੱਚ ਫਿਰ ਆਪਾਂ ਖੋਜ ਕੀਤਾ ਹੁਕਮ ਦਾ ਕਿ ਹੁਕਮ ਕੀ ਹੈ, ਅਤੇ ਹੁਕਮ ਸਾਡੇ ਸਰੀਰ ਵਿੱਚ ਵੀ ਚੱਲ ਰਿਹਾ ਅਤੇ ਬਾਹਰ ਦੁਨੀਆ ਵਿੱਚ ਵੀ ਚੱਲ ਰਿਹਾ, ਅਤੇ ਸਾਰਾ ਅਸੀਂ ਹੁਕਮ ਨੂੰ ਸਮਝਦੇ, ਉਸਦੇ ਪਾਣਾ ਨੂੰ ਸਮਝਿਆ। ਫਿਰ ਅਸੀਂ ਦੂਜੀ ਪੌੜੀ ਵਿੱਚ ਗਾਵੇ ਤੱਕਣ ਪਹੁੰਚਿਆ ਕਿ ਸਾਰੇ ਉਸ ਹੁਕਮ ਵਿੱਚ ਸਾਰੇ ਚੱਲ ਰਹੇ ਨੇ ਅਤੇ ਉਸ ਦੀ ਸਿਫਤ ਗਾ ਰਹੇ ਨੇ ਸਾਰੇ, ਅਤੇ ਕਿਵੇਂ ਅਸੀਂ ਉਸ ਦੀ ਵਾਹ ਵਿੱਚ ਰਹਿ ਸਕਦੇ ਹਾਂ ਅਤੇ ਅਸੀਂ ਵੀ ਉਸ ਦੇ ਵਰਗਾ ਬਣਨਾ, ਨਾ ਕਿ ਸਿਰਫ ਸਿਫਤ ਕਰਨੀ ਹੈ। ਅਤੇ ਫਿਰ ਅਸੀਂ ਪਿਛਲੀ ਵਾਰੀ ਚੌਥੀ ਪੌੜੀ ਵਿੱਚ ਬਹੁਤ ਪਿਆਰ ਦੇ ਨਾਲ ਅੰਮ੍ਰਿਤ ਵੇਲਾ ਦਾ ਖੋਜ ਕੀਤਾ ਕਿ 2 ਸਵਾਲ ਹੋਰ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤਾ ਕਿ ਫੇਰ ਕੀ ਅੱਗੇ ਰੱਖੀਏ ਜਿਤ ਤਿਸੈ ਦਰਬਾਰ ਮੋਹ ਕੀ ਬੋਲਣ ਬੋਲੀਏ ਜਿਤ ਸੁਨ ਤਰੇ ਪਿਆਰ, ਕਿ ਕੀ ਮੈਂ ਬੋਲਾਂ ਮੂੰਹ ਤੋਂ ਕਿ ਤੂੰ ਮੈਨੂੰ ਪਿਆਰ ਕਰੇ, ਕੀ ਮੈਂ ਰੱਖਾਂ ਤੇਰੇ ਅੱਗੇ ਤਾਂ ਕਿ ਮੈਂ ਤੇਰੇ ਦਰਬਾਰ ਵਿੱਚ ਪਹੁੰਚਾਂ। ਇਹ ਸਵਾਲ ਦੇ ਅਸੀਂ ਬਹੁਤ ਖੂਬਸੂਰਤੀ ਦੇ ਨਾਲ ਸਮਝਿਆ, ਗੌਰ ਕੀਤਾ ਅਤੇ ਉਸ ਅੰਮ੍ਰਿਤ ਵੇਲਾ ਦਾ ਜ਼ਿਕਰ ਕੀਤਾ ਜੋ ਕਿ ਸਾਨੂੰ ਮੋਖ ਦੁਆਰ ਤੱਕ ਲੈ ਜਾਏਗਾ। ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਐਵੇਂ ਜਾਣੀਏ ਸਭ ਆਪੇ ਸੱਚਿਆਰ। ਸੱਚਿਆਰ ਬਣਨ ਦਾ ਤਰੀਕਾ ਦੱਸਿਆ ਗੁਰੂ ਨੇ ਇਤਨਾ ਪਿਆਰ ਦੇ ਨਾਲ। ਚੌਥੀ ਪੌੜੀ ਵਿੱਚ ਫਸਟ ਪੌੜੀ ਦੇ ਸਵਾਲ ਵੀ ਕੰਪਲੀਟ ਹੋ ਗਿਆ। ਹੁਣ ਆਪਾਂ ਅੱਗੇ ਚੱਲੀਏ 5ਵੀਂ ਪੌੜੀ 'ਤੇ। ਇਸ ਪੌੜੀ 'ਤੇ ਅਸੀਂ ਗੁਰਬਾਣੀ ਦੇ ਸ਼ਬਦ ਉਚਾਰਾਂਗੇ ਰਲ ਕੇ, ਉਸ ਦੇ ਨਾਲ ਯੋਗ ਵਿੱਚ, ਸਿਮਰਨ ਵਿੱਚ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਦਾਨ। ਗਾਵੀਏ ਸੁਣੀਏ ਮਨ ਰੱਖਿਏ ਪਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਏ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਏ। ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਏ। ਗੁਰਾ ਇੱਕ ਦੇ ਬੁਝਾਏ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਏ। ਇਹ ਕੰਪਲੀਟ 5th ਪੌੜੀ ਦੀ ਬਾਣੀ ਹੈ। ਪਰ ਅਸੀਂ ਹੌਲੀ ਹੌਲੀ ਇੱਕ ਇੱਕ ਪੰਕਤੀ ਨੂੰ ਲੈ ਕੇ ਇਸ ਨੂੰ ਗਹਿਰਾਈ ਵਿੱਚ ਸਮਝਾਂਗੇ। ਅਤੇ ਆਓ ਚੱਲੀਏ ਪਹਿਲਾਂ ਇਹ 4 ਫਸਟ ਲਾਈਨਸ ਨੂੰ ਸਮਝੀਏ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਦਾਨ। ਇੰਗਲਿਸ਼ ਵਿੱਚ ਇਹਦੀ ਟਰਾਂਸਲੇਸ਼ਨ ਪੋਇਟਿਕਲੀ, ਕਿਉਂਕਿ ਗੁਰਬਾਣੀ ਵੀ ਪੋਇਟਰੀ ਹੈ, ਜਪਜੀ ਸਾਹਿਬ ਵੀ ਪੋਇਟਰੀ, ਅਤੇ ਇੰਗਲਿਸ਼ ਵਿੱਚ ਇਸ ਵਾਸਤੇ ਪੋਇਟਰੀ ਵਿੱਚ ਹੀ ਨਿਕਲਿਆ। The one for only he knows himself, he who is undeniably free from vices and illusions, one who no one can create as he is way beyond anyone's dimensions, one who when obeyed, meditated upon and served, grace and greatness are gained and earned. Guruji says, sing and live, be and adorn his abundant godly qualities. ਉਸ ਇੱਕ ਦੀ ਗੱਲ, ਇਸ ਇੱਕ ਓਂਕਾਰ, ਇੱਕ ਪਰਮਾਤਮਾ ਦੀ ਗੱਲ ਹੋ ਰਹੀ ਹੈ ਅਤੇ ਉਸ ਇੱਕ ਨੂੰ
ਅਸੀਂ ਅੰਮ੍ਰਿਤ ਵੇਲਾ ਉੱਠ ਕੇ ਯਾਦ ਕਰ ਰਹੇ ਹਾਂ ਅਤੇ ਹੋਰ ਗਹਿਰਾਈ ਵਿੱਚ ਗੁਰੂ ਜੀ ਜੋ ਅਸੀਂ ਕਰ ਰਹੇ ਹਾਂ, ਜੋ ਤਰੀਕਾ ਅਸੀਂ ਯੋਗ ਦਾ ਅਪਣਾਇਆ, ਉਸ ਨੂੰ ਸਪਸ਼ਟ ਕਲੀਅਰ ਕਰ ਰਹੇ ਨੇ ਕਿ ਉਹੀਓ ਆਪਣੇ ਆਪ ਨੂੰ ਜਾਣਦਾ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਉਸ ਨੂੰ ਅਸੀਂ, ਉਸ ਦੇ ਬਾਰੇ ਅਸੀਂ ਨਹੀਂ ਕਹਿ ਸਕਦੇ। ਉਹ ਇਸ ਵਾਸਤੇ ਅਸੀਂ ਕਹਿੰਦੇ ਹਾਂ ਇਹ ਧੁਰ ਕੀ ਬਾਣੀ ਹੈ। ਉਹੀਓ ਆਪਣੇ ਮੈਸੇਂਜਰ ਰਾਹੀਂ ਜਾਂ ਉਹ ਖੁਦ ਦੱਸੇਗਾ ਸਾਨੂੰ ਕਿ ਉਹ ਕਿਵੇਂ ਹੈ, ਕੀ ਕਰਦਾ, ਕਿੱਥੇ ਰਹਿੰਦਾ, ਤਾਂ ਅਸੀਂ ਉਸ ਨੂੰ ਸਮਝਾਂਗੇ। ਆਪਣੇ ਆਪ ਅਸੀਂ ਉਸ ਨੂੰ ਨਹੀਂ ਸਮਝ ਸਕਦੇ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਉਸ ਦੀ ਕੀਤਾ ਨੂੰ ਅਸੀਂ ਸਮਝ ਨਹੀਂ ਸਕਦੇ ਅਤੇ ਅਸੀਂ ਉਸ ਨੂੰ ਮਤਲਬ ਉਹੀਓ ਆਪਣੇ ਆਪ ਨੂੰ ਜਾਣਦੇ। ਆਪੇ ਆਪ ਨਿਰੰਜਨ ਸੋਏ। ਉਹ ਨਿਰੰਜਨ ਹੈ, ਪੰਜ ਵਿਕਾਰ ਤੋਂ ਉੱਤੇ ਹੈ, ਉਹਨਾਂ ਦੀ ਕੋਈ ਮਾਇਆ, ਕੋਈ ਵਿਕਾਰ, ਕੋਈ ਖਰਾਬੀ, ਕੋਈ ਖਾਮੀਅਤ, ਕੋਈ ਦਾਗ ਨਹੀਂ ਹੈ। ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਉਹ ਇਹੋ ਜਿਹਾ ਹੈ ਕਿ ਉਸ ਨੂੰ ਅਸੀਂ ਕਹਿਣਾ ਵੀ ਮੰਨੀਏ ਅਤੇ ਅਸੀਂ ਉਸ ਨੂੰ ਯਾਦ ਵੀ ਕਰੀਏ। ਜਿਨ ਸੇਵਿਆ, ਜਿਸ ਨੂੰ ਅਸੀਂ ਸੇਵਾ ਇੱਥੇ ਦਾ ਭਾਵ ਹੈ ਕਹਿਣਾ ਮੰਨਣਾ। ਮੈਂ ਕਦੀ ਸੁਣਿਆ ਸੀ ਕਿ ਬਿਨ ਸੇਵਾ ਸਤਿਗੁਰ ਨਾ ਪਾਇਆ। ਮਤਲਬ ਕਿ ਜੇ ਅਸੀਂ ਅਕਾਲ ਪੁਰਖ ਨੂੰ ਸੇਵੀਆ ਨਹੀਂ, ਕਹਿਣਾ ਨਹੀਂ ਮੰਨਿਆ ਅਤੇ ਅਸੀਂ ਉਸ ਨੂੰ ਨਹੀਂ ਸਮਝ ਸਕਦੇ। ਅਤੇ ਜਿਨ ਸੇਵਿਆ ਤਿਨ ਪਾਇਆ ਮਾਨ। ਅਸੀਂ ਉਸ ਦੀ ਕਹਿਣਾ ਜਦੋਂ ਮੰਨਾਂਗੇ, ਉਸ ਦੀ ਸਿਮਰਨ ਕਰਾਂਗੇ, ਉਸ ਨੂੰ ਯਾਦ ਕਰਾਂਗੇ, ਫਿਰ ਸਾਨੂੰ ਉਹ ਦਾਤ ਮਿਲਦੀ ਹੈ, ਉਹ ਮਾਣ ਮਿਲਦੀ ਹੈ, ਉਹ ਕਿਰਪਾ ਮਿਲਦੀ ਹੈ, ਉਹ ਵਡਿਆਈ ਮਿਲਦੀ ਹੈ ਉਹਦੇ ਕੋਲੋਂ ਅਤੇ ਦੁਨੀਆ ਕੋਲੋਂ ਵੀ। ਦੁਨੀਆ ਵੱਲੋਂ ਬਾਅਦ ਵਿੱਚ ਮਿਲੇਗਾ, ਪਹਿਲਾਂ ਉਸ ਦੀ ਦਰਗਾਹ ਵਿੱਚ ਸਾਡੀ ਵੀ ਵਡਿਆਈ ਹੋਏਗੀ, ਮਾਣ ਹੋਏਗੀ। ਨਾਨਕ ਗਾਵੀਏ ਗੁਣੀ ਨਿਧਾਨ। ਅਤੇ ਉਸਦੇ ਗੁਣ ਗੁਰੂ ਨਾਨਕ, ਇੱਥੇ ਫਿਰ ਨਾਨਕ ਬਿਨਾਂ ਓਂਕਾਰ ਤੋਂ ਆਉਂਦਾ, ਮਤਲਬ ਅਕਾਲ ਪੁਰਖ ਕਹਿ ਰਹੇ ਨੇ, ਥਰਡ ਪਰਸਨ ਵਿੱਚ ਗੁਰੂ ਨਾਨਕ ਆਪਣੇ ਆਪ ਨੂੰ ਕਹਿ ਰਹੇ, ਮਤਲਬ ਕਿ ਉਹਦੇ ਅੰਦਰ ਜੋ ਜੋਤ ਹੈ ਉਹ ਬੋਲ ਰਹੀ ਹੈ ਕਿ ਗਾਵੀਏ ਗੁਣੀ ਨਿਧਾਨ। ਮਤਲਬ ਕਿ ਇੱਥੇ ਗਾਵੀਏ ਦਾ ਇਹ ਮਤਲਬ ਨਹੀਂ ਸਿਰਫ ਕਿ ਉਸ ਦੀ ਸਿਫਤ ਮੂੰਹ ਨਾਲ ਗਾਣੇ, ਬਲਕਿ ਉਸ ਦੀ ਗਾਇਨ ਮਨ ਚਿੱਤ ਅਤੇ ਉਸ ਦੀ ਯਾਦ ਵਿੱਚ ਰਹਿਣਾ ਹੀ ਉਸ ਦੀ ਗਾਣਾ ਹੈ। ਗਾਵੀਏ ਗੁਣੀ ਨਿਧਾਨ। ਫਿਰ ਅਸੀਂ ਉਸ ਦੇ ਗੁਣ ਨੂੰ ਜਦੋਂ ਚਿਤਾਵਾਂਗੇ, ਮਨ ਵਿੱਚ ਲਿਆਵਾਂਗੇ, ਉਸ ਦੇ ਅਲੱਗ ਅਲੱਗ ਗੁਣ ਸ਼ਕਤੀਆਂ, ਫਿਰ ਅਸੀਂ ਉਸ ਨੂੰ ਆਪਣੇ ਅੰਦਰ ਲਿਆਵਾਂਗੇ ਅਤੇ ਅਸੀਂ ਵੀ ਉਸ ਦੀ ਰੱਬੀ ਗੁਣ ਸਾਡੇ ਵਿੱਚੋਂ ਨਿਕਲੇਗੀ। ਇਹ ਗੱਲ ਹੈ। ਨਾਨਕ ਗਾਵੀਏ ਗੁਣੀ ਨਿਧਾਨ। ਅਤੇ ਇਹ ਨਿਧਾਨ, ਇਹ ਭਰਪੂਰ ਧਨ ਹੈ ਜਿਹੜਾ ਕਿ ਅਸੀਂ ਇਸ ਨੂੰ ਸਮਝਾਂਗੇ ਅਤੇ ਅਸੀਂ ਵੀ ਸ਼ਕਤੀਸ਼ਾਲੀ 8 ਸ਼ਕਤੀਆਂ ਦੇ ਨਾਲ, ਜਿਹੜੇ ਅਸੀਂ ਕਹਿੰਦੇ ਹਾਂ ਨਾ ਨੂਰ ਰਤਨ, 8 ਰਤਨ, ਉਹ ਸਾਰੇ ਗੁਣ ਸਾਡੇ ਵਿੱਚ ਆਉਣਗੇ। ਅਤੇ ਅਸੀਂ ਅਕਾਲ ਪੁਰਖ ਨੂੰ ਪ੍ਰੇਜ਼ ਕਰਨ ਦੇ ਵਿੱਚ ਸਿਰਫ ਉਸ ਦੀ ਸਿਫਤ, ਉਸ ਦੀ ਵਡਿਆਈ ਨਹੀਂ ਹੁੰਦੀ, ਨਾ ਉਹ ਘਟਦੀ ਹੈ ਸਾਡੀ ਕ੍ਰਿਟਿਸਿਜ਼ਮ ਦੇ ਨਾਲ, ਬਲਕਿ ਉਸ ਦੀ ਵਿਆਖਿਆ ਅਤੇ ਵਿਚਾਰ ਕਰਨ ਦੇ ਵਿੱਚ, ਉਸ ਦੀ ਗੁਣ ਦੀ ਵਡਿਆਈ ਕਰਨ ਦੇ ਵਿੱਚ ਆਪਾਂ ਆਪਣੇ ਆਪ ਨੂੰ ਉਸ ਦੇ ਬੱਚਾ ਸਮਝਣਾ ਹੈ ਕਿ ਜੇ ਮੇਰਾ ਪਿਓ ਇਸ ਤਰ੍ਹਾਂ ਹੈ ਅਤੇ ਮੈਂ ਵੀ ਉਸ ਤਰ੍ਹਾਂ ਜ਼ਰੂਰ ਬਣ ਪਾਵਾਂਗੀ। ਜੇ ਅਸੀਂ ਆਪਣੇ ਆਪ ਨੂੰ ਉਸ ਤੋਂ ਅਲੱਗ ਸਮਝਿਆ ਅਤੇ ਫਿਰ ਅਸੀਂ ਉਹਦੇ ਵਰਗਾ ਕਿਵੇਂ ਬਣਾਂਗੇ? ਅਸੀਂ ਉਸ ਦੇ ਬੱਚੇ ਹਾਂ। ਜੇ ਮੇਰਾ ਪਿਓ ਇੰਨਾ ਵੱਡਾ ਹੈ, ਉਸ ਦੀ ਇੰਨੀ ਸਿਫਤ ਹੁੰਦੀ ਹੈ, ਅਤੇ ਫਿਰ ਮੈਂ ਕਿਉਂ ਨਹੀਂ ਉਹਦੇ ਵਰਗਾ, ਕਿਉਂ ਨਹੀਂ ਮੈਂ ਬਣ ਸਕਦੀ? ਜ਼ਰੂਰ ਬਣ ਸਕਦੇ ਹਾਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ ਬਣਿਆ ਹੋਇਆ, ਉਹ ਖੁਦ ਆਪਣਾ ਆਪ ਹੀ ਜਾਣਦਾ, ਅਸੀਂ ਉਹਨੂੰ ਨਹੀਂ ਜਾਣ ਸਕਦੇ ਚੰਗੀ ਤਰ੍ਹਾਂ ਜਿੰਨਾ ਉਹ ਆਪਣੇ ਆਪ ਨੂੰ ਜਾਣ ਸਕਦੇ। ਜਿਨ ਸੇਵਿਆ ਤਿਨ ਪਾਇਆ ਮਾਨ। ਜਦ ਅਸੀਂ ਉਹਨਾਂ ਨੂੰ ਸਮਝਾਂਗੇ, ਉਸ ਦੇ ਹੁਕਮ ਮੰਨਾਂਗੇ, ਫਿਰ ਅਸੀਂ ਥੋੜ੍ਹਾ ਮਾਨ ਪਾ ਸਕਦੇ ਹਾਂ ਉਸ ਦੀ ਦਰਗਾਹ ਦੇ ਵਿੱਚ ਅਤੇ ਦੁਨੀਆ ਦੇ ਦਰਗਾਹ ਵਿੱਚ ਵੀ। ਨਾਨਕ ਗਾਵੀਏ ਗੁਣੀ ਨਿਧਾਨ। ਫਿਰ ਅਸੀਂ ਉਸ ਦੀ ਸਿਫਤ ਕਰ ਸਕਦੇ ਹਾਂ, ਉਸ ਦੀ ਅਸੀਂ ਮਾਨ ਜਦ ਕਹਿਣਾ ਮੰਨਾਂਗੇ ਅਤੇ ਉਸ ਦੀ ਗੱਲ ਫਿਰ ਸਾਨੂੰ ਉਸ ਦੇ ਵਰਗਾ ਅਸੀਂ ਬਣਾਂਗੇ।
ਉਹ ਸਿਰਫ ਗਾਣ ਦੀ ਗੱਲ ਨਹੀਂ, ਮਤਲਬ ਕਿ ਉਸ ਵਰਗਾ ਅਸੀਂ ਵੀ ਬਣਾਂਗੇ। ਗਾਵੀਏ ਸੁਣੀਏ ਮਨ ਰੱਖੀਏ ਪਾਓ। ਇਹ ਪੰਕਤੀ ਮੈਨੂੰ ਬਹੁਤ ਹੀ ਪਿਆਰਾ ਲੱਗਦਾ ਹੈ, ਕਿਉਂਕਿ ਇਹਦੇ ਵਿੱਚ ਸਪਸ਼ਟ ਗੁਰੂ ਜੀ ਕਹਿ ਰਹੇ ਹੈ ਕਿ ਗਾਵੀਏ ਸੁਣੀਏ ਮਨ ਰੱਖਿਆ ਪਾਓ। ਮਤਲਬ ਉਸ ਦੀ ਸਿਫਤ ਕਰਨੀ, ਉਸ ਨੂੰ ਸੁਣਨਾ ਕਿ ਕਿਸ ਤਰ੍ਹਾਂ ਹੈ, ਅਤੇ ਫਿਰ ਉਸ ਨੂੰ ਮੰਨਣਾ, ਅਤੇ ਮਨ ਦੇ ਵਿੱਚ ਪਿਆਰ ਵੀ ਰੱਖਣੀ ਹੈ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। In singing, speaking, listening and keeping our hearts and thoughts filled with love for Him and for all, we'll be showered with grace from above and truly stand tall. ਮਤਲਬ ਕਿ ਸਾਡੀ ਸਾਰੀ ਦੁੱਖ ਚਲੀ ਜਾਏਗੀ ਅਤੇ ਅਸੀਂ ਮਾਣ ਦੇ ਨਾਲ ਆਪਣੇ ਸਿਰ ਉੱਚਾ ਕਰਕੇ ਟੁਰ ਪਾਵਾਂਗੇ, ਜੇ ਅਸੀਂ ਉਸ ਨੂੰ ਗਾਈਏ ਅਤੇ ਉਸ ਦੀ ਕਹਿਣਾ ਮੰਨੀਏ ਅਤੇ ਮਨ ਦੇ ਵਿੱਚ ਪਿਆਰ ਰੱਖਾਂਗੇ। ਅਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। Then sadness won't be given a chance, as happiness will our beings enhance. Ending which ਜੋ ਲਿਖਿਆ but how more unfolds. So ਇਹ ਪੌੜੀ ਵਿੱਚ ਅਸੀਂ ਫਿਰ ਖੋਜਾਂਗੇ ਕਿ ਹੋਰ ਮਤਲਬ ਗੁਰੂ ਜੀ ਕੀ ਜਵਾਬ ਦਿੰਦੇ ਨੇ ਕਿ ਇਸ ਤਰ੍ਹਾਂ ਸਾਡੀ ਅਵਸਥਾ ਹੋਏ, ਇਸ ਤਰ੍ਹਾਂ ਸਾਨੂੰ ਫੀਲ ਹੋਏ, ਅਸੀਂ ਇਹ ਕਰ ਪਾਈਏ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਲੈ ਜਾਏ। ਇਹ ਸਾਨੂੰ ਚਾਹੀਦਾ ਹੈ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਦੁੱਖ ਨਾ ਹੋਏ ਅਤੇ ਅਸੀਂ ਦੁੱਖਾਂ ਤੋਂ ਦੂਰ ਹੋਏ ਅਤੇ ਅਸੀਂ ਖੁਸ਼ੀ ਵਿੱਚ ਰਹੀਏ, ਸੁੱਖ ਕਰ ਲੈ ਜਾਏ ਕਿ ਮਨ ਦੇ ਵਿੱਚ ਮੈਂ ਖੁਸ਼ੀ ਮਹਿਸੂਸ ਕਰਾਂ। ਇਹ ਕਿੰਨੀ ਪਿਆਰੀ ਪੰਕਤੀ ਹੈ ਨਾ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸਾਰੇ ਅਸੀਂ ਇਸ ਤਰ੍ਹਾਂ ਬਣਨਾ ਚਾਹੁੰਦੇ ਹਾਂ ਨਾ। ਅਤੇ ਜਪਜੀ ਸਾਹਿਬ ਦੇ ਅਸੀਂ ਜਦੋਂ ਇੱਕ ਇੱਕ ਪੰਕਤੀ ਪੜ੍ਹਨੇ ਹਾਂ ਅਤੇ ਕਿੰਨੇ ਪਿਆਰੇ ਪਿਆਰੇ ਪੰਕਤੀਆਂ ਨੇ, ਅਤੇ ਸਿਰਫ ਜਪਜੀ ਸਾਹਿਬ ਦੀ ਇੱਕ ਇੱਕ ਪੰਕਤੀ ਦੀ ਅਸੀਂ ਖੋਜ ਕਰੀਏ, ਉਸਨੂੰ ਸਮਝੀਏ, ਉਸਨੂੰ ਜੀਵਾਂਗੇ, ਉਸ ਦਾ ਬਾਣੀ ਬਣਾਂਗੇ ਅਤੇ ਅਸੀਂ ਜ਼ਰੂਰ ਆਪਣੇ ਮਨ ਵਿੱਚ ਖੁਸ਼ੀ ਪਾਵਾਂਗੇ। ਉਸ ਖੁਸ਼ੀ ਨੂੰ ਅੰਦਰ ਕਰ ਲੈ ਜਾਵਾਂਗੇ, ਮਤਲਬ ਮਨ ਵਿੱਚ ਖੁਸ਼ੀ ਮਿਲੇਗੀ, ਅੰਦਰੂਨੀ ਖੁਸ਼ੀ, ਆਨੰਦ ਮਿਲੇਗਾ। ਫਿਰ ਸਾਨੂੰ ਫੀਲ ਹੋਏਗਾ ਆਨੰਦ ਪਿਆ ਮੇਰੀ ਮਾਏ, ਜੋ ਅਸੀਂ ਫੀਲ ਕਰਨਾ ਚਾਹੁੰਦੇ, ਉਹ ਖੁਸ਼ੀ, ਉਹ ਆਨੰਦ ਸਦਾ ਵਾਸਤੇ, ਜਿਹੜਾ ਕਿ ਡੋਲਦਾ ਨਹੀਂ ਹੈ। ਕਿਉਂ ਸਾਡੀ ਜਿਹੜੀ ਖੁਸ਼ੀ ਹੈ ਨਾ ਡੋਲਦੀ ਹੈ। ਕੋਈ ਸਾਨੂੰ ਕੁਝ ਗੱਲ ਕਰੇ, ਫਟਾਫਟ ਸਾਨੂੰ ਤ੍ਰਿੜੀ ਮੱਥਾ 'ਤੇ ਆ ਜਾਂਦੀ ਹੈ, ਜਾਂ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਇਸ ਤਰ੍ਹਾਂ ਕਿਉਂ ਬੋਲ ਰਿਹਾ, ਅਸੀਂ ਕਿਉਂ ਵਿੱਚ ਚਲੇ ਜਾਂਦੇ ਹਾਂ ਕਿ ਮੇਰੇ ਨਾਲ ਇਹ ਕਿਉਂ ਬੀਤ ਰਿਹਾ, ਇਹ ਕਿਉਂ ਮੇਰੇ ਨਾਲ ਹੋ ਰਿਹਾ ਹੈ, ਜਾਂ ਮੈਂ ਇਸ ਦੀ ਲਾਇਕ ਨਹੀਂ ਹਾਂ, ਮੈਂ ਕਿੰਨੀ ਚੰਗੀ ਆ, ਉਹ ਕਿੰਨੇ ਭੈੜੇ ਆ। ਅਸੀਂ ਇਹੋ ਜਿਹਾ ਨੈਗੇਟਿਵ ਥੋਟਸ ਵਗੈਰਾ ਵਿੱਚ ਝੱਟ ਚਲੇ ਜਾਂਦੇ ਹਾਂ, ਸਾਡਾ ਸਥਿਰ ਨਹੀਂ ਹੁੰਦਾ। ਗੁਰੂ ਖੁਸ਼ੀ ਦੀ ਗੱਲ ਕਰ ਰਿਹਾ, ਜਿਹੜਾ ਘਰ ਜਾਏ, ਮਤਲਬ ਕਿ ਅੰਦਰ ਮਨ ਨੂੰ ਇੰਨੀ ਸ਼ਾਂਤੀ ਆ ਜਾਏ ਕਿ ਕੋਈ ਮੈਨੂੰ ਕੁਛ ਵੀ ਕਵੇ, ਕੋਈ ਮੈਨੂੰ ਜਿਸ ਤਰ੍ਹਾਂ ਜੀਸਸ ਕਹਿੰਦੇ ਨੇ ਨਾ ਕਿ ਕੋਈ ਮੈਨੂੰ ਚਾਂਟਾ ਮਾਰੇ, ਥੱਪੜ ਮਾਰੇ ਇੱਕ ਗੱਲ 'ਤੇ, ਅਤੇ ਫਿਰ ਦੂਜੀ ਗੱਲ ਵੀ ਉਸਨੂੰ ਦਿਓ ਥੱਪੜ ਮਾਰਨ ਵਾਸਤੇ। ਟਰਨ ਯੋਰ ਫੇਸ ਫੋਰ ਅਨਦਰ ਸਲੈਪ। ਮਤਲਬ ਕਿ ਗੁੱਸਾ ਕਰਨ ਤੋਂ ਬਜਾਏ ਉਸਨੂੰ ਫੀਲ ਕਰਨ ਦਿਓ ਕਿ ਤੁਹਾਡੇ ਵਿੱਚ ਸਹਿਣ ਸ਼ਕਤੀ ਇੰਨਾ ਹੈ ਕਿ ਉਹ ਹੋਰ ਵੀ ਤੁਹਾਨੂੰ ਮਾਰੇ ਤਾਂ ਵੀ ਤੁਸੀਂ ਠੀਕ ਹੋ, ਤੁਸੀਂ ਸਥਿਰ ਰਹੋ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਤਲਬ ਉਹ ਸਾਡੀ ਕਾਰਜ ਸਵਾਰੇਗਾ। ਮਤਲਬ ਕਿ ਇਹ ਸੁੱਖ ਕਰ ਲੈ ਜਾਏ ਦੀ ਅਸੀਂ ਗੱਲ ਕਰ ਰਹੇ, ਅੰਦਰ ਸਥਿਰਤਾ ਹੋਏ ਕਿ ਮੈਨੂੰ ਕੋਈ ਕੁਛ ਵੀ ਕਹੇ। ਇਸ ਤਰ੍ਹਾਂ ਸਾਡੀ ਅਵਸਥਾ ਹੈਗਾ? ਜ਼ਰਾ ਸੋਚੀਏ, ਗੌਰ ਕਰੀਏ, ਮੇਰੇ ਦਿਨ ਦੇ ਵਿੱਚ, ਦਿਹਾੜੀ ਦੇ ਵਿੱਚ ਕੀ ਬੀਤਦੀ ਹੈ ਸਾਡੇ ਨਾਲ। ਕੀ ਅਸੀਂ ਸਥਿਰ ਰਹਿੰਦੇ ਹਾਂ, ਕਿ ਅਸੀਂ ਸ਼ਾਂਤ ਰਹਿੰਦੇ ਹਾਂ ਮਨ ਦੇ ਵਿੱਚ। ਬਾਹਰ ਤਾਂ ਸ਼ਾਇਦ ਅਸੀਂ ਬੋਲਾਂਗੇ ਨਹੀਂ, ਗੁੱਸਾ ਕਰਾਂਗੇ। ਜਦੋਂ ਸਾਡੇ ਵੱਡੇ ਸਾਨੂੰ ਕੁਛ ਬੋਲਦੇ ਨੇ, ਉਸ ਵੇਲੇ ਤਾਂ ਅਸੀਂ ਬਾਹਰੋਂ ਚੁੱਪ ਰਹਿ ਜਾਂਦੇ ਹਾਂ। ਚੁੱਪੇ ਚੁੱਪ ਨਾ ਹੋਈ ਜੇ ਲਾਈ ਰਾਹ ਲਿਫਤਾਰ, ਕਿਉਂਕਿ ਅੰਦਰ ਦੀ ਚੁੱਪ ਨਹੀਂ ਹੈਗਾ, ਇਹ ਬਾਹਰਲੀ ਚੁੱਪ ਹੈ। ਅੰਦਰ ਤੇ ਮਨ ਗੁੱਸਾ ਕਰ ਰਿਹਾ, ਜੱਜ ਕਰ ਰਿਹਾ, ਸੋਚ ਰਿਹਾ ਕਿ ਮੈਂ ਸਹੀ ਹਾਂ, ਉਹ ਗਲਤ ਹੈ।
ਕਿ ਸਾਡੇ ਕੀ ਹਾਲ ਹੈ। ਆਪਣੇ ਆਪ ਨੂੰ ਖੋਜੀਏ, ਸੋਚੀਏ ਦਿਹਾੜੀ ਵਿੱਚ ਕੀ ਹੁੰਦਾ ਸਾਡੇ ਨਾਲ, ਕਿ ਅਸੀਂ ਪਿਆਰ ਦੇ ਨਾਲ ਕਿਸੇ ਦੀ ਗੱਲ ਸੁਣਦੇ ਹਾਂ। ਸ਼ਾਇਦ ਕਈ ਵਾਰੀ ਦੂਜੇ ਦੀ ਗੱਲ ਵੀ ਗਲਤ ਹੋ ਸਕਦੀ ਹੈ। ਮੈਂ ਨਹੀਂ ਕਹਿੰਦੀ ਕਿ ਹਮੇਸ਼ਾ ਕੋਈ ਜਿਹਨੂੰ ਸਾਨੂੰ ਕੁਛ ਆਖੇ ਉਹ ਸਹੀ ਹੈ। ਕਈ ਵਾਰੀ ਉਹ ਸਾਡੀ ਗਲਤੀਆਂ ਵਿੰਦੇ ਨੇ ਅਤੇ ਉਹ ਗਲਤੀਆਂ ਸ਼ਾਇਦ ਸਾਡੇ ਵਿੱਚ ਹੈ ਵੀ ਨਹੀਂ, ਪਰ ਉਹ ਮੇਰੀ ਪ੍ਰੋਬਲਮ ਨਹੀਂ ਹੈ। ਜੇ ਮੈਂ ਠੀਕ ਹਾਂ ਅਤੇ ਕੋਈ ਮੇਰੇ ਬਾਰੇ ਜਿਸ ਤਰ੍ਹਾਂ ਮਰਜ਼ੀ ਸੋਚੇ ਅਤੇ ਮੈਨੂੰ ਫਿਕਰ ਕਿਉਂ? ਵਾਈ ਡੂ ਆਈ ਹੈਵ ਟੂ ਡਿਫੈਂਡ ਮਾਈ ਸੈਲਫ? ਕਹਿੰਦੇ ਨੇ ਜੋ ਤੁਹਾਨੂੰ ਪਿਆਰ ਕਰਦੇ ਉਸ ਦੇ ਅੱਗੇ ਡਿਫੈਂਡ ਕਰਨ ਦੀ ਲੋੜ ਹੀ ਨਹੀਂ, ਔਰ ਜਿਸ ਦੇ ਅੱਗੇ ਤੁਸੀਂ ਡਿਫੈਂਡ ਕਰਨਾ ਪੈਂਦਾ ਉਹ ਤੁਹਾਡੇ ਫਰੈਂਡ ਹੈ ਹੀ ਨਹੀਂ, ਅਤੇ ਇਸ ਵਾਸਤੇ ਡਿਫੈਂਡ ਕਰਨ ਦੀ ਲੋੜ ਹੀ ਨਹੀਂ। ਪਰ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਕਿ ਕਿਸੇ ਨੇ ਅਗਰ ਕੋਈ ਗੱਲ ਕੀਤੀ ਹੈ ਮੈਨੂੰ ਜਾਂ ਮੇਰੇ ਵਿੱਚ, ਉਹ ਗੱਲ ਹੈਗਾ ਕਿ ਨਹੀਂ, ਉਹ ਸੱਚ ਬੋਲ ਰਿਹਾ ਕਿ ਨਹੀਂ, ਜ਼ਰੂਰ ਕਰੈਕਟ ਕਰਨਾ ਚਾਹੀਦਾ ਆਪਣੇ ਆਪ ਨੂੰ। ਪਰ ਉਸ ਨੂੰ ਮਨਾ ਨਹੀਂ ਕਰਨਾ ਚਾਹੀਦਾ, ਕਿਉਂਕਿ ਅਗਰ ਉਸਨੇ ਫੀਲ ਕੀਤਾ ਕੁਛ ਅਤੇ ਉਹ ਬੋਲ ਰਿਹਾ ਅਤੇ ਉਹਨੂੰ ਬੋਲਣ ਦਿਓ। ਤੁਸੀਂ ਸ਼ਾਂਤ ਨਾਲ ਸੁਣ ਲਓ। ਤੁਹਾਡੀ ਮਨ ਦੀ ਅਵਸਥਾ ਅਸ਼ਾਂਤ ਨਹੀਂ ਹੋਣੀ ਚਾਹੀਦੀ। ਹੁਣ ਦੇਖੋ ਦੁਨੀਆ ਵਿੱਚ ਕਿੰਨੇ ਲੋਕ ਨੇ ਜਿਹੜਾ ਅਕਾਲ ਪੁਰਖ ਦੀ ਮਤਲਬ ਅਕਾਲ ਪੁਰਖ ਨੂੰ ਬੁਰਾ ਭਲਾ ਕਹਿੰਦੇ ਨੇ ਕਿ ਇਹ ਰੱਬ ਨੇ ਇੰਨਾ ਮੇਰੇ ਨਾਲ ਕੀਤਾ ਹੈ ਧੋਖਾ, ਰੱਬ ਮੇਰੇ ਨਾਲ ਮਤਲਬ ਕਿ ਨਾਰਾਜ਼ ਨੇ, ਮੇਰਾ ਇਹ ਚਲਾ ਗਿਆ ਉਹ ਚਲਾ ਗਿਆ। ਅਸੀਂ ਸੁਣਦੇ ਹਾਂ ਨਾ, ਅਤੇ ਕੀ ਅਕਾਲ ਪੁਰਖ ਉਹਨਾਂ ਨੂੰ ਘੱਟ ਪਿਆਰ ਕਰਦੇ ਨੇ? ਕੀ ਆਪਾਂ ਅਕਾਲ ਪੁਰਖ ਦੀ ਬਰਖਾ ਉਹਦੇ 'ਤੇ ਨਹੀਂ ਜਾਂਦੀ ਹੈ? ਸਭ ਕੁਛ ਚੱਲ ਰਿਹਾ। ਅਸੀਂ ਅਕਾਲ ਪੁਰਖ ਦੀ ਸਿਫਤ ਤਾਂ ਕਰਦੇ ਹਾਂ ਤਾਂ ਕਿ ਅਸੀਂ ਉਸ ਦੀ ਵਡਿਆਈ, ਉਸ ਦੇ ਹੁਕਮ, ਉਸ ਦੀ ਗੁਣ, ਉਸ ਦੀ ਸ਼ਕਤੀਆਂ ਨੂੰ ਪਹਿਚਾਣੀਏ, ਤਾਂ ਕਿ ਅਸੀਂ ਆਪਣੇ ਆਪ ਨੂੰ ਠੀਕ ਕਰੀਏ ਅਤੇ ਉਸ ਵਰਗਾ ਬਣੀਏ। ਇੱਥੇ ਫਿਰ ਮੈਂ ਕਹਿੰਦੀ ਹਾਂ ਗੁਰਬਾਣੀ ਬਣੀਏ ਦੀ ਗੱਲ ਹੈ। ਅਕਾਲ ਪੁਰਖ ਦੀ ਗੱਲ ਅਸੀਂ ਕਰਨੇ ਹਾਂ ਤਾਂ ਕਿ ਅਸੀਂ ਆਪਣੇ ਪਿਓ ਵਰਗਾ, ਅਸੀਂ ਵੀ ਇੱਕ ਓਂਕਾਰ ਵਰਗਾ, ਇੱਕ ਪਰਮਾਤਮਾ ਵਰਗਾ ਬਣੇ। ਅਸੀਂ ਉਹਨਾਂ ਦੇ ਬੱਚੇ ਹਾਂ। ਆਪ ਜੀ ਦੇ ਨਾਲ, ਪਿਆਰ ਦੇ ਨਾਲ ਇਸ ਐਪੀਸੋਡ ਵਿੱਚ ਵੀ ਕਾਫੀ ਕੁਛ ਬਿਆਨ ਕੀਤਾ। ਸ਼ੁਕਰੀਆ, ਥੈਂਕ ਯੂ ਬਹੁਤ ਬਹੁਤ। ਫਿਰ ਮਿਲਾਂਗੇ, ਅਗਲੇ ਅਨਫੋਲਡ ਹੋਏਗਾ ਜੋ ਸਵਾਲ ਹੈ, ਬਟ ਹਾਊ ਮੋਰ ਅਨਫੋਲਡਸ ਅਗਲੇ ਐਪੀਸੋਡ ਵਿੱਚ। ਸਤਿ ਸ਼੍ਰੀ ਅਕਾਲ।